2 ਅਧਿਆਏ 12 ਐਤ। ਸੋ ਹੁਣ ਤੁਸੀਂ ਮੇਰੇ ਨਾਲ ਯਹੋਵਾ ਦੀ ਸਹੁੰ ਖਾਓ, ਇਸ ਲਈ ਬਈ ਜਈ ਤੁਹਾਡੇ ਉੱਤੇ ਮੈਂ ਦਇਆ ਕੀਤੀ ਹੈ, ਤਈ ਤੁਸੀਂ ਮੇਰੇ ਘਰਾਣੇ ਦੇ ਉੱਤੇ ਦਇਆ ਕਰੋਗੇ। ਅਤੇ ਇੱਕ ਪੱਕਾ ਨਿਸ਼ਾਨ ਮੈਨੂੰ ਦਿਓ ਕਿ ਮੇਰੇ ਪਿਤਾ, ਮੇਰੀ ਮਾਤਾ, ਮੇਰੇ ਭਰਾਵਾਂ, ਮੇਰੀਆਂ ਭੈਣਾਂ ਨੂੰ ਅਤੇ ਜੋ ਕੁਛ ਉਹਨਾਂ ਦਾ ਹੈ ਜਿਉਂਦਾ ਰੱਖੋਗੇ ਅਤੇ ਸਾਡੀਆਂ ਜਾਨਾਂ ਨੂੰ ਮੌਤ ਤੋਂ ਛੁਡਾਓਗੇ। ਕੁਛ ਲਿਖਤਾ ਛੱਡ ਕੇ ਟਾਈਮ ਬਚਾਉਣ ਕਰਕੇ 18 ਤੋਂ। ਵੇਖ ਜਦ ਅਸੀਂ ਇਸ ਦੇਸ਼ ਨੂੰ ਆਵਾਂਗੇ ਤਾਂ ਇਹ ਕਿਰਮਚੀ ਸੂਤ ਦੀ ਡੋਰੀ ਇਸ ਬਾਰੀ ਨਾਲ ਬੰਨੀ ਜਿਹਦੇ ਵਿੱਚੋਂ ਦੀ ਤੂੰ ਸਾਨੂੰ ਉਤਾਰਿਆ ਹੈ, ਅਤੇ ਆਪਣੇ ਪਿਤਾ, ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਨੂੰ ਆਪਣੇ ਕੋਲ ਘਰ ਵਿੱਚ ਇਕੱਠਾ ਕਰੀਂ। ਤਾਂ ਇਉਂ ਹੋਵੇਗਾ ਕਿ ਜੋ ਕੋਈ ਤੇਰੇ ਘਰ ਦੇ ਬੂਹੇ ਵਿੱਚੋਂ ਗਲੀ ਵਿੱਚ ਨਿਕਲ ਕੇ ਆ ਜਾਵੇਗਾ, ਉਹਦਾ ਖੂਨ ਉਸ ਦੇ ਸਿਰ ਉੱਤੇ ਹੋਵੇਗਾ ਅਤੇ ਅਸੀਂ ਬੇਦੋਸ਼ੀ ਹੋਵਾਂਗੇ। ਪਰ ਜੇ ਕੋਈ ਤੇਰੇ ਘਰ ਦੇ ਵਿੱਚ ਹੋਵੇਗਾ, ਉਸ ਦੇ ਉੱਤੇ ਜੇ ਕਿਸ ਦਾ ਹੱਥ ਉੱਠੇਗਾ ਤਾਂ ਉਸ ਦਾ ਖੂਨ ਸਾਡੇ ਸਿਰ ਉੱਤੇ ਹੋਵੇਗਾ। ਆਮੀਨ। ਪਰਮੇਸ਼ਰ ਆਪਣੇ ਵਚਨ ਦੇ ਪੜ੍ਹੇ ਜਾਣ ਤੇ ਬਰਕਤ ਦੇਵੇ। ਤੁਸੀਂ ਸਾਰੇ ਬੈਠ ਸਕਦੇ ਹੋ। ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਭੈਣ ਭਰਾਵੋ, ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇਵੇ ਔਰ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਇਸ ਮੌਕੇ ਦੇ ਲਈ ਜਿਹੜਾ ਉਹਨੇ ਸਾਡੀਆਂ ਜ਼ਿੰਦਗੀਆਂ 'ਚ ਦਿੱਤਾ ਹੈ। ਚਾਹੁੰਦੇ ਹਾਂ ਕਿ ਸਾਰੇ ਬੈਠੋ ਔਰ ਮੈਂ ਜ਼ਿਆਦਾ ਸਮਾਂ ਨਹੀਂ ਲਾਉਣਾ। ਮੈਂ ਚਾਹੁੰਦਾ ਕਿ ਜਿੰਨਾ ਕਿ ਸਮਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਗੱਲਬਾਤ ਕਰੀਏ, ਚਾਹੁੰਦੇ ਹਾਂ ਕਿ ਸਾਰੇ ਬੜੇ ਧਿਆਨ ਦੇ ਨਾਲ ਸੁਣੋ ਤਾਂ ਕਿ ਇਹ ਵਚਨ ਸਾਡੇ ਸਭਨਾਂ ਦੇ ਲਈ ਬਰਕਤ ਆਸ਼ੀਸ਼ ਦਾ ਕਾਰਨ ਬਣੇ। ਹਾਲੇਲੂਇਆ। ਸੋ ਜਿੱਦਾਂ ਭਾਈ ਪਹਿਲੇ ਹੀ ਦੱਸ ਚੁੱਕੇ ਆ ਕਿ ਬਾਈਬਲ ਸਾਨੂੰ ਸਿਖਾਉਂਦੀ ਕਿ ਜਦ ਹੀ ਤੁਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਆਓ ਤੇ ਸਾਨੂੰ ਚਾਹੀਦਾ ਕਿ ਬੜੀ ਚੌਕਸੀ ਦੇ ਨਾਲ ਆਈਏ। ਹਾਲੇਲੂਇਆ। ਸੋ ਧੰਨਵਾਦ ਕਰਦੇ ਹਾਂ ਪ੍ਰਭੂ ਦਾ, ਉਹਨੇ ਇਸ ਘਰ ਦੇ ਵਿੱਚ ਆਉਣ ਦਾ ਸਾਨੂੰ ਮੌਕਾ ਦਿੱਤਾ ਹੈ। ਔਰ ਇਸ ਘਰ ਦੀ ਪਰਾਹੁਣਚਾਰੀ ਦੇ ਲਈ, ਆਓ ਭਗਤ ਦੇ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ। ਔਰ ਪ੍ਰਭੂ ਇਸ ਘਰ ਦੀਆਂ ਸਭ ਲੋੜਾਂ ਜ਼ਰੂਰਤਾਂ ਨੂੰ ਪੂਰਾ ਕਰੇ ਔਰ ਜਿੱਦਾਂ ਪ੍ਰਾਰਥਨਾ ਭੈਣ ਹੋਰਾਂ ਨੇ ਵਧੀਆ ਲਫ਼ਜ਼ ਰੱਖੇ, ਉਹ ਸਾਰੀਆਂ ਮੁਸ਼ਕਲਾਂ, ਬਿਮਾਰੀਆਂ, ਪਰੇਸ਼ਾਨੀਆਂ ਪ੍ਰਭੂ ਆਪਣੇ ਨਾਮ 'ਚ ਦੂਰ ਕਰੇ। ਹਾਲੇਲੂਇਆ। ਔਰ ਆਉਣ ਵਾਲੇ ਸਮੇਂ 'ਚ ਗਵਾਹੀ ਪੈਦਾ ਹੋਵੇ ਕਿ ਪ੍ਰਭੂ ਨੇ ਮੈਨੂੰ ਉਸੇ ਮੀਟਿੰਗ ਦੇ ਵਿੱਚ ਰੋਗਾਂ ਤੋਂ ਸ਼ਿਫਾ ਦਿੱਤੀ ਹੈ। ਔਰ ਮੈਂ ਬੈਠਾ ਮਹਿਸੂਸ ਕਰ ਰਿਹਾ ਸੀ ਕਿ ਕਿੱਦਾਂ ਭਾਈ ਹੋਰਾਂ ਨੇ ਟੋਕਨ 'ਤੇ ਗੀਤ ਗਾਇਆ, ਉਧਰ ਭਾਈ ਹੋਰਾਂ ਨੇ ਵਧੀਆ ਗੀਤ ਗਾਇਆ। ਉਹ ਇੱਕ ਮੱਸਾ ਦੇ ਨਾਲ ਗੀਤ ਵੀ ਗਾਏ ਗਏ ਆ ਔਰ ਜਦ ਇਹ ਪ੍ਰਚਾਰ ਕੀਤਾ ਜਾਂਦਾ ਤੁਸੀਂ ਇਹ ਚੀਜ਼ ਨੂੰ ਵੀ ਮਹਿਸੂਸ ਕਰੋਗੇ ਕਿ ਜੋ ਗੱਲਾਂ ਉਹ ਗੀਤਾਂ 'ਚ ਰੱਖੀਆਂ ਗਈਆਂ ਉਹ ਗੱਲਾਂ ਵਚਨ ਦੇ ਵਿੱਚ ਆ। ਔਰ ਜਦੋਂ ਪ੍ਰਭੂ ਕੰਮ ਕਰਦਾ ਫਿਰ ਇਸੇ ਤਰੀਕੇ ਦੇ ਨਾਲ ਹੀ ਉਹ ਕੰਮ ਕਰਦਾ ਆ। ਮੈਨੂੰ ਨਹੀਂ ਪਤਾ ਭਾਈ ਹੋਰਾਂ ਨੇ ਗੀਤ ਕੀ ਬੋਲਣਾ, ਉਹਨਾਂ ਨੂੰ ਨਹੀਂ ਪਤਾ ਪ੍ਰਚਾਰ ਕੀ ਕਰਨਾ, ਪਰ ਗੀਤ ਵੀ ਉਸੇ ਤਰੀਕੇ ਨਾਲ ਗਾਏ ਜਾ ਰਹੇ। ਇਹਦਾ ਮਤਲਬ ਆ ਕਿ ਇੱਥੇ ਪਰਮੇਸ਼ਵਰ ਦਾ ਆਤਮਾ ਕੰਮ ਕਰ ਰਿਹਾ ਹੈ। ਕਿੰਨੇ ਆਮੀਨ ਕਹਿ ਸਕਦੇ ਆ? ਸੋ ਮੈਂ ਪਹਿਲੇ ਕਿਹਾ ਕਿ ਤੁਸੀਂ ਆਮੀਨ ਹਾਲੇਲੂਇਆ ਕਹਿਣਾ ਹੈ ਔਰ ਟਾਈਮ ਜ਼ਿਆਦਾ ਨਹੀਂ ਮੈਂ ਲਾਉਣਾ, ਪਰ ਚਾਹੁੰਦੇ ਹਾਂ ਕਿ ਜਿੰਨਾ ਕੁ ਵੀ ਟਾਈਮ ਲੱਗੇ ਔਰ ਉਹ ਸਾਡੇ ਲਈ ਲਾਭਦਾਇਕ ਹੋਵੇ। ਇਹ ਤਦ ਹੀ ਹੋਣਾ ਜੇ ਤੁਸੀਂ ਜਾ ਕੇ ਸੁਣੋਗੇ, ਤੇ ਜੇ ਅੱਖਾਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ ਤੇ ਉਹਦਾ ਕੋਈ ਲਾਭ ਨਹੀਂ ਆ। ਹਾਲੇਲੂਇਆ। ਸੋ ਅਸੀਂ ਆਪਣੇ ਚਰਚ ਦੇ ਵਿੱਚ ਸੰਦੇਸ਼ ਪ੍ਰਚਾਰ ਕਰ ਰਹੇ ਹਾਂ ਟੋਕਨ ਦੇ ਉੱਪਰ। ਔਰ ਜਿਨ੍ਹਾਂ ਨੇ ਪਹਿਲੀ ਵਾਰੀ ਇਹ ਗੱਲਾਂ ਸੁਣੀਆਂ ਉਹਨਾਂ ਦੇ ਲਈ ਮੈਂ ਪਿੱਛੋਂ ਥੋੜ੍ਹੀਆਂ ਜਿਹੀਆਂ ਗੱਲਾਂ ਲੈ ਕੇ ਅੱਗੇ ਵਧਣਾ ਚਾਹਾਂਗਾ। ਔਰ ਅਸੀਂ ਜਾਣਦੇ ਹਾਂ ਕਿ ਜੋ ਕੁਛ ਬਾਈਬਲ ਦੇ ਵਿੱਚ ਇਹ ਕਹਾਣੀਆਂ ਰੱਖੀਆਂ ਗਈਆਂ ਪੁਰਾਣੇ ਨੇਮ ਦੇ ਵਿੱਚ, ਉਹ ਨਵੇਂ ਨੇਮ ਦੇ ਵਿੱਚ ਇੱਕ ਨਮੂਨਾ ਸੀ। ਯਾਨੀ ਕਿ ਪੁਰਾਣਾ ਨੇਮ ਪਰਛਾਵਾਂ ਆ ਔਰ ਨਵਾਂ ਨੇਮ ਅਸਲੀਅਤ ਆ। ਜੋ ਕੁਛ ਪੁਰਾਣੇ ਨੇਮ ਦੀਆਂ ਕਹਾਣੀਆਂ ਹਨ ਉਹ ਨਵੇਂ ਨੇਮ ਦੇ ਵਿੱਚ ਉਹ ਅਸਲੀਅਤ ਦੇ ਵਿੱਚ ਘਟਨਾਵਾਂ ਹੋਈਆਂ। ਜਿੱਦਾਂ ਪੁਰਾਣੇ ਨੇਮ ਦੇ ਵਿੱਚ ਉਹ ਲੇਲਾ ਲੈਂਦੇ ਸਨ, ਉਹ ਨਵੇਂ ਨੇਮ ਦੇ ਵਿੱਚ ਲੇਲਾ
ਯਿਸੂ ਮਸੀਹ ਆ। ਔਰ ਇਸੇ ਤਰ੍ਹਾਂ ਇਹ ਸਾਰੀਆਂ ਕਹਾਣੀਆਂ ਦਾ ਕੋਈ ਖਾਸ ਮਤਲਬ ਆ। ਔਰ ਉਸੇ ਹੀ ਆ ਜਿਹੜੀ ਕਹਾਣੀ ਆਪਾਂ ਰਹਾਬ ਵੇਸ਼ਵਾ ਦੇ ਬਾਰੇ ਯਾਦ ਅਸੀਂ ਗੱਲ ਕਰਾਂਗੇ ਤੇ ਉਹਦਾ ਵੀ ਕੋਈ ਖਾਸ ਮਤਲਬ ਆ। और कुछ लोग कहते कि वो नवा नेम वक् चीज़ आ, नवे नेम नूं हुण नहीं पढ़ना चाहिए, नहीं पुराने नेम नूं नहीं पढ़ना चाहिए और नवे नेम नूं पढ़ना चाहिए है। पर परमेश्वर ने बाइबल दे विच एक भी शब्द कुछ वाधू नहीं लिखिया, जिहदे कुछ भी एक बिंदी भी आ ते ओहदा भी कोई खास मतलब है। और परमेश्वर कोई भी काम इदां नहीं करदा कि वह कुछ फालतू होवे, और ਉਹਦੇ हर एक ਕੰਮ ਉਹਦੇ हर एक गल का कोई खास मतलब है। या प्रभु यीशु मसीह इस धरती के उपर आया और जद भी उन्हें अपना मूँह गल करने के लिए खोलिया उन्हें वचन प्रचार किया है। किन्ने आमीन कह सकते हैं? हालेलुया। और यार तुसी कूच की किताब 12 अध्याय की 12 आयत पढ़ो, उत्थे इजराइल नूं एक लेला कट्टण दे लई कहा गया। और जद वो 400 साल तो गुलामिया मिस्र दे विच इजरायली कौम, और जदों ये 400 साल की गुलामी खत्म होने वाली आ और परमेश्वर उन्होंने कह रहा कि एक तुसीं लेला लेना और वो अपने तुसी परिवार के मुताबिक और जिन्ने तुहाडे परिवार के मैंबर आ उन्हां दे मुताबिक लेना है। जे परिवार के जी घट आ तो तुसीं छोटा लेला लेना, अगर ज़्यादा आ तो तुसी परिवार के जियां की गिनती के मुताबिक वो लेला लेना है। आमीन। हुण वो कह रहा है कि लेले नूं लैके उन्होंने कटना आ और कट के ओदा जिहड़ा लहू आ वो अपने दरवाजे दियां चगाठां ते लाउणा है। हालेलुया। और यदि वो मौत का फरिश्ता वो तुहाडे घर दे सामने ओदी लंघेगा और यदि वो उस लहू नूं वेखेगा वो तुहाडे पासियों दी लंघ जावेगा। हालेलुया। इसदा मतलब यह कि परमेश्वर ने यदि वो मौत का फरिश्ता वो मिस्र दे विचों दी लंघिया ते जिस जिस घर ते उन्हें उस टोकन नूं उस निशान नूं लहू दे नूं वेखिया वो घर नूं छड्ड गया। पर जिन्हां घरां दे उपर वो निशान नहीं सी उन्हां घरां दे पलोठे मारे गए, चाहे वो बंदियां दे पलोठे सन चाहे वो जानवरां दे सन। और परमेश्वर ने उथे टोकन नूं और निशान नूं मानता दिती है। हालेलुया। हुण परमेश्वर इस धरती ते न्याय लियाउण तो पहले वो चेतावनी दिंदा है और वो कदे कोई काम नहीं करता बिना चेतावनी तो। और यदि परमेश्वर ने धरती ते न्याय लियांदा उन्हें पहले चेतावनी दिती है। आमीन। उन्हें धरती नूह दे समय यद बर्बाद करना सी उन्हें उथे नूह दे राही लोकां नूं चेतावनी दिती। समझ रहे गल नूं? और जदों उन्हें सदूम अमूरा नूं गर्क करना सी उथे वो दूतां नूं घल रहा है। इसदा मतलब यह कि परमेश्वर कुछ नहीं उन्हां तक करदा जद तक वो पहले चेतावनी नहीं देंदा। और इत्थे मिस्र दे विच भी अपने संदेश वाहक नूं घल रहा है और वो संदेश वाहक परमेश्वर दा नबी मूसा है। और मूसा नबी नूं परमेश्वर ने चिन्ह दिते हैं, उन्हें वरदान दे नाल घल्लिया उस जगह ते उत्थे उन्हें झाड़ी दे विच दर्शन दिता, उन्होंने तैयार किया, उन्होंने चिन्ह दिते, उन्हें उत्थे चिन्ह चमत्कार उत्थे कीते। पर उत्थे मिस्रियां ने ओदे संदेश नूं रद्दिया, उत्थे मिस्रियां ने ओदे चिन्हां नूं रद्दिया। आमीन। तुहानूं याद आ लंबा हो जाना जे असीं उन्हां चिन्हां चमत्कारां दे पिछे चलीए ते तुहानूं याद होवेगा कि वो लाठी का सप बनना और उन्हें अपनी छाती ते हाथ रखिया और वह कोड़ हो जाना। ठीक है। उन्होंने चिन्ह चमत्कार दिते गए, उन्हें 10 बबा धरती के उपर लैके आया, वो परमेश्वर का संदेश लैके आया कि मेरे लोगों को जान दे
पर मिस्रियां ने ਉਹਨੂੰ ਮੰਨਣ ਦੀ ਬਜਾਏ ਉਹਦੇ ਸੰਦੇਸ਼ ਨੂੰ ਰੱਦਿਆ, ਉਹਨਾਂ ਚਮਤਕਾਰਾਂ ਨੂੰ ਰੱਦਿਆ। ਆਮੀਨ। ਔਰ ਇਹਨੂੰ ਰੱਦਣ ਦਾ ਕਾਰਨ ਇਹ ਹੋਇਆ ਕਿ ਉਹਨਾਂ ਦੇ ਪਲੋਠੇ ਮਾਰੇ ਗਏ। ਉਹਨਾਂ ਨੂੰ ਤੇ ਚਾਹੀਦਾ ਇਹ ਸੀ ਕਿ ਜਦ ਪਰਮੇਸ਼ਵਰ ਨੇ ਆਪਣਾ ਨਬੀ ਘੱਲਿਆ, ਉਹਨੇ ਚਮਤਕਾਰਾਂ ਦੇ ਰਾਹੀਂ ਉਹਨੇ ਜਦ ਉਹ ਸੰਦੇਸ਼ ਉਸ ਜਗ੍ਹਾ 'ਤੇ ਪ੍ਰਚਾਰ ਕੀਤਾ, ਉਹਨਾਂ ਨੂੰ ਚਾਹੀਦਾ ਸੀ ਕਿ ਉਹ ਆਪਣੇ ਪਛਤਾਪ ਕਰਦੇ। ਉਹਨਾਂ ਨੂੰ ਚਾਹੀਦਾ ਸੀ ਕਿ ਜੋ ਪਰਮੇਸ਼ਵਰ ਦੀ ਯੋਜਨਾ ਆ ਉੱਥੇ ਉਹਨਾਂ ਨੂੰ ਇਜ਼ਰਾਈਲੀਆਂ ਨੂੰ ਉਹ ਜਾਣ ਦਿੰਦੇ। ਪਰ ਫਿਰੌਨ ਲਗਾਤਾਰ ਆਪਣਾ ਮਨ ਕਠੋਰ ਕਰਦਾ ਰਿਹਾ। ਆਮੀਨ। ਪਰ ਉਹਨੇ ਪਰਮੇਸ਼ਵਰ ਦੇ ਨਬੀ ਨੂੰ ਰੱਦਿਆ। ਹਾਲੇਲੂਇਆ। और भैन भरावो, ਅਸੀਂ पहले गल कर चुके हाँ कि परमेश्वर ਦਾ ਕੰਮ ਕਰਨ ਦਾ ਤਰੀਕਾ नहीं बदलता। ਉਹਨੇ जे मिस्र ਦੇ ਵਿੱਚ ਆਪਣਾ ਨਬੀ ਘੱਲਿਆ ਤੇ ਉਹ ਫਿਰ ਅੱਜ ਵੀ ਨਬੀਆਂ ਦੇ ਰਾਹੀਂ ਗੱਲ ਕਰਦਾ ਆ। ਬਾਈਬਲ ਦੇ ਵਿੱਚ ਲਿਖਿਆ ਨਿਸੰਗ ਪਰਮੇਸ਼ਵਰ ਕੁਛ ਨਹੀਂ ਕਰਦਾ, ਉਹਨਾਂ ਤੱਕ ਕੁਛ ਨਹੀਂ ਕਰਦਾ ਜਦ ਤੱਕ ਉਹ ਆਪਣੇ ਦਾਸ ਨਬੀਆਂ ਉੱਤੇ ਗੱਲ ਪ੍ਰਗਟ ਨਹੀਂ ਕਰ ਦਿੰਦਾ। और परमेश्वर ने हर समय अपने नबियां नू इस धरती ते घल्लिया, अपना संदेश लैके वो इस धरती के उपर आए। पर जिन्हां ने ओहदे नबी दे संदेश नू मन्निया वो बचाए गए, पर जिन्हां ने ओहदे संदेश नू रद्दिया उन्हां दा नाश हो गया। हालेलुया। उच्ची बोलदे हालेलुया। और इन्हां दिनां दे विच ओहने साडे दिनां दे विच नबी नू घल्लिया आ। साडे दिनां दे विच जिद्दां ਉਹਨੇ मूसा दे नाल बलदी होई झाड़ी दे विच गल कीती, ਉਹਨੇ एक जैफरसन विल नां दे कैंटकी दे बंदे नूं लिया। ਉਹਦਾ नाम विलियम ब्रानहम सी। और जद ਉਹ छोटा आ ਉਹ दरख्त दे लागों दी लंघदा, परमेश्वर ने दरख्त दे विचों दी ਉਹਦੇ नाल गलबात कीती। और जद ਉਹ इस धरती दे उपर आया ਉਹਨੂੰ भी चिन्ह दिते गए, ਉਹਨੂੰ भी चमत्कारी सेवा सी। पर ਉਹਦੇ भी संदेश नूं रद्दिया गया, ਉਹਨਾਂ चिन्ह चमत्कारां नूं रद्दिया गया। और उन्होंने कहा कि यह नवी सिक्ख्या लैके आया है। आमीन। और गल फिर उही आ जिद्दां मिस्र दे विच होया, नबी नूं रद्दण दे कारण मौत उस जगह ते आ गई। और अज भी इसी तरह है, यदि परमेश्वर दे संदेश नूं रद्दिया जांदा, आमीन, उत्थे फिर नाश, जनता का नाश हो जाता है। पर यह नहीं है कि सारे ही उहदे संदेश नूं रद्ददे आ। आमीन। और समय समय ते जिन्ना उहदे संदेश नूं मन्निया उन्हां दा बचाव होया, पर जिन्हां ने उहनूं रद्दिया वो सब नाश हो गए। हालेलुया। भैन भरावो, अज समा आ समय दे संदेश नूं जानन दा। और याद असीं समय दे संदेश नूं जानदे आ। और नबी ने कहा समय दे संदेश नूं जानना, उहनूं मनना ही पवित्र आत्मा आ। और पवित्र आत्मा ही वो निशान आ, वो टोकन आ जिहदी परमेश्वर मंग करदा है। उहने इजराइल दे विच मंग कीती टोकन दी, और जिन्हां जिन्हां टोकन लाया, टोकन दा मतलब है निशान, और जिन्हां ने वो टोकन लाया उन्हां घरां दे विच पाई हुई गल कर रहा, उन्हां घरां दे विच चैन सी, सकून सी। उन्हां घरां दे विच मौत ने राज नहीं कीता। पर जिन्हां घरां दे विच जिन्हां दे दरवाज़िਆਂ ते लेले दा, मेमने दा खून नहीं सी, उन्हां घरां दे विच मौत ने राज कीता। हालेलुया। आमीन। भैन भरावो, परमेश्वर जद ਉਹਦੇ नबी ਦੇ संदेश ਨੂੰ रद्दिया ਜਾਂਦਾ ਆ ਤੇ ਫਿਰ परमेश्वर विश्वासियों के नालों अंध विश्वासियों ਨੂੰ ਵੱਖਰਿਆਂ ਕਰਦਾ ਆ। और ਉਹਦਾ शुरू तो ही ਇਹੋ तरीका रहा आ। और ਉਹਦੇ शुरू ਦੇ ਵਿੱਚ ਧਰਤੀ ਨੂੰ ਪਾਣੀਆਂ ਤੋਂ ਵੱਖਰਿਆਂ ਕੀਤਾ। आमीन। और ਉਹਨੇ बेप्रतीतिਆਂ नालों विश्वासियों ਨੂੰ ਵੱਖਰਿਆਂ ਕੀਤਾ। और परमेश्वर इस तरह हमेशा ही काम करता है।
ਹਾਲੇਲੂਇਆ। ਹੁਣ ਮੈਂ ਇੱਥੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਪਰਮੇਸ਼ਵਰ ਟੋਕਨ ਦੀ ਔਰ ਨਿਸ਼ਾਨ ਦੀ ਮੰਗ ਕਰਦਾ ਹੈ। ਔਰ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਤੁਸੀਂ ਇੱਕ ਲੇਲਾ ਲੈਣਾ, ਔਰ ਲੇਲਾ ਤੁਸੀਂ ਆਪਣੇ ਸਾਰੇ ਹੀ ਪਰਿਵਾਰ ਵਾਸਤੇ ਲੈਣਾ, ਔਰ ਇਹਨੂੰ ਤੁਸੀਂ ਸੰਦੇਸ਼ ਨੂੰ ਨਾ ਦੇ ਸਕਦੇ ਹੋ ਕਿ ਆਪਣੇ ਸਾਰੇ ਘਰਾਣੇ ਦਾ ਬਚਾਅ ਕਰਨਾ। ਹਾਲੇਲੂਇਆ। ਅੱਜ ਲੋੜ ਆ ਉਹ ਟੋਕਨ ਨਿਸ਼ਾਨ ਪਵਿੱਤਰ ਆਤਮਾ ਸਾਡੇ ਉੱਪਰ ਲੱਗਾ ਹੋਵੇ, ਔਰ ਇਹਦੇ ਤੋਂ ਇਲਾਵਾ ਅੱਜ ਕੋਈ ਸਾਡੇ ਕੋਲ ਬਚਾਅ ਨਹੀਂ ਆ। ਸਾਡੀ ਤਾਲੀਮ, ਸਾਡੀਆਂ ਮਿਸ਼ਨਾਂ ਦੀਆਂ ਵੱਖ-ਵੱਖ ਤਾਲੀਮਾਂ, ਇਹ ਸਾਡੇ ਲਈ ਕੋਈ ਬਚਾਅ ਨਹੀਂ ਕਰ ਸਕਦੀਆਂ ਜਦ ਤੱਕ ਸਾਡੇ ਉੱਪਰ ਉਹ ਟੋਕਨ ਨਿਸ਼ਾਨ ਪਵਿੱਤਰ ਆਤਮਾ ਨਹੀਂ ਲੱਗਾ। ਔਰ ਪਰਮੇਸ਼ਵਰ ਕਿਸੇ ਚੀਜ਼ ਨੂੰ ਮਾਨਤਾ ਨਹੀਂ ਦਿੰਦਾ, ਉਹ ਸਿਰਫ ਤੇ ਸਿਰਫ ਟੋਕਨ ਨੂੰ ਮਾਨਤਾ ਦਿੰਦਾ ਆ। ਹਾਲੇਲੂਇਆ। ਹੁਣ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇੱਕ ਲੇਲੇ ਨੂੰ ਲੈਣਾ, ਔਰ ਲੇਲਾ ਲੈ ਕੇ ਉਹਦਾ ਜਿਹੜਾ ਲਹੂ ਆ, ਉਹ ਤੁਸੀਂ ਸਭ ਜਾਣਦੇ ਹੋ ਕਿ ਜਦੋਂ ਇੱਕ ਲੇਲਾ ਲਿਆ ਜਾਂਦਾ ਸੀ, ਸਾਰੇ ਜਾਗਦੇ ਆ, ਆਮੀਨ ਕਹਿ ਸਕਦੇ ਹਾਂ। ਔਰ ਉਹ ਜਿਹੜਾ ਲੇਲਾ ਲੈ ਕੇ ਆਉਂਦਾ ਸੀ, ਉਹ ਵਿਸ਼ਵਾਸੀ ਦਾ ਹੱਥ ਉਹਦੇ ਉੱਪਰ ਰਖਾਇਆ ਜਾਂਦਾ ਸੀ, ਲੇਲੇ ਦੇ ਉੱਪਰ, ਔਰ ਉਹਨੂੰ ਕੱਟਿਆ ਜਾਂਦਾ ਸੀ, ਔਰ ਉਹਦਾ ਲਹੂ ਇੱਕ ਕਹਿ ਲਓ ਕਿ ਬੂਟੀ ਆ, ਜੜੀ ਬੂਟੀ, ਉਹਨੂੰ ਕਿਹਾ ਜਾਂਦਾ ਜੂਫਾ। ਔਰ ਜੂਫੇ ਨੂੰ ਉਹ ਲਹੂ ਦੇ ਵਿੱਚ ਭਿਓਇਆ ਜਾਂਦਾ ਸੀ, ਔਰ ਉਹਨੂੰ ਭਿਓ ਕੇ ਫਿਰ ਚਗਾਠਾਂ ਤੇ ਲਾਇਆ ਜਾਂਦਾ ਸੀ। ਔਰ ਜਦੋਂ ਤੁਸੀਂ ਜੂਫੇ ਦੇ ਬਾਰੇ ਪੜ੍ਹੋ ਬਾਈਬਲ ਦੇ ਵਿੱਚ, ਤੇ ਸਾਨੂੰ ਲੱਭਦਾ ਕਿ ਇਹ ਜਿਸ ਤਰ੍ਹਾਂ ਅੱਜ ਕੱਲ੍ਹ ਜਿਹੜੇ ਦਰਖਤ ਕਈ ਹੁੰਦੇ ਇੱਦਾਂ ਦੇ, ਤੁਹਾਨੂੰ ਕੰਧਾਂ ਦੇ ਵਿੱਚ, ਪੱਕੀਆਂ ਕੰਧਾਂ ਦੇ ਵਿੱਚ ਉੱਗੇ ਨਜ਼ਰ ਆਉਂਦੇ ਆ, ਹੈਗੇ ਕਈ, ਜਿਸ ਤਰ੍ਹਾਂ ਕਈ ਪਿੱਪਲ ਵੀ ਹੁੰਦੇ ਆ, ਉਹਨੇ ਉੱਗਣਾ ਹੀ ਦੀਵਾਰਾਂ ਦੇ ਵਿੱਚ ਹੁੰਦਾ ਆ। ਔਰ ਜੇ ਤੁਸੀਂ ਇਹਦੇ ਬਾਰੇ ਲੱਭੋ ਤੇ ਇਹ ਜਿਹੜਾ ਜੂਫਾ ਆ, ਉਹ ਇੱਦਾਂ ਦੀ ਜੜੀ ਬੂਟੀ ਆ, ਜਾਂ ਇਹਨੂੰ ਫੁੱਲ ਵੀ ਲੱਗਦੇ ਆ, ਉਹ ਇੱਦਾਂ ਦੀਵਾਰਾਂ ਦੇ ਵਿੱਚ, ਝੀਟਾਂ ਦੇ ਵਿੱਚ ਹੁੰਦੀ ਆ। ਔਰ ਇਜ਼ਰਾਈਲ ਦੇ ਵਿੱਚ ਇਹ ਆਮ ਹੀ ਮਿਲਣ ਵਾਲੀ ਆ ਬੂਟੀ। ਔਰ ਨਬੀ ਨੇ ਕਿਹਾ ਕਿ ਇਹ ਜਿਹੜਾ ਜੂਫਾ ਆ ਤੁਹਾਡੇ ਵਿਸ਼ਵਾਸ ਨੂੰ ਪ੍ਰਗਟ ਕਰਦਾ ਆ। ਕਿਉਂਕਿ ਕਈ ਵਾਰੀ ਸਾਡਾ ਸੋਚਣਾ ਹੁੰਦਾ ਹੈ ਕਿ ਜਿਹੜਾ ਵਿਸ਼ਵਾਸ ਆ ਉਹ ਬਹੁਤ ਕੋਈ ਅਲੌਕਿਕ ਆ, ਪਰ ਜਿੱਦਾਂ ਜੂਫਾ ਆਮ ਹੀ ਸਾਨੂੰ ਮਿਲਣ ਵਾਲੀ ਚੀਜ਼ ਆ। ਔਰ ਉਸੇ ਤਰ੍ਹਾਂ ਯਿਸੂ ਮਸੀਹ ਨੇ ਕਿਹਾ, ਅਗਰ ਤੁਹਾਡੇ ਵਿੱਚ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਹੋਵੇ, ਤੇ ਤੁਸੀਂ ਇਸ ਪਹਾੜ ਨੂੰ ਜਾਂ ਦਰਖਤ ਨੂੰ ਕਹੋ ਕਿ ਇੱਥੋਂ ਉੱਠ ਕੇ ਉੱਧਰ ਲੱਗ ਜਾ, ਤੇ ਉਹ ਲੱਗੇਗਾ। ਆਮੀਨ। ਔਰ ਇਹ ਜਿਹੜਾ ਜੂਫਾ ਆ ਸਾਡੇ ਵਿਸ਼ਵਾਸ ਨੂੰ ਪ੍ਰਗਟ ਕਰਦਾ ਆ। ਹਾਲੇਲੂਇਆ। ਨਬੀ ਕਹਿ ਰਿਹਾ ਕਿ ਬਹੁਤ ਵਾਰ ਲੋਕ ਸੋਚਦੇ ਆ ਕਿ ਵਿਸ਼ਵਾਸੀ ਹੋਣ ਦੇ ਲਈ ਕੋਈ ਅਲੌਕਿਕ ਹੀ ਵਿਸ਼ਵਾਸ ਚਾਹੀਦਾ ਹੈ। ਆਮੀਨ। ਪਰ ਇੱਕ ਸਾਦਾ ਜੀ ਗੱਲ ਆ, ਉਹ ਕਹਿੰਦੇ ਕਿ ਸਾਨੂੰ ਯਿਸੂ ਮਸੀਹ ਤੇ ਅਸੀਂ ਵਿਸ਼ਵਾਸ ਕਿੱਦਾਂ ਕਰੀਏ, ਜਾਂ ਅਸੀਂ ਉਹਦਾ ਮੰਨੀਏ ਕਿੱਦਾਂ, ਸਾਨੂੰ ਸਮਝ ਨਹੀਂ ਲੱਗਦੀ। ਔਰ ਇਹ ਸਾਦਾ ਜੀ ਗੱਲ ਆ, ਯਿਸੂ ਮਸੀਹ ਸਾਡਾ ਮੁਕਤੀਦਾਤਾ ਆ, ਔਰ ਉਹ ਸਾਡੇ ਲਈ ਮਰ ਗਿਆ, ਔਰ ਉਹਦੇ ਮਰਨ ਦੇ ਕਾਰਨ ਅਸੀਂ ਬਚਾਏ ਗਏ ਹਾਂ। ਇੰਨੀ ਕੁ ਗੱਲ ਆ, ਇਹੀ ਵਿਸ਼ਵਾਸ ਆ। ਔਰ ਜਦ ਅਸੀਂ ਉੱਤੇ ਵੀ ਉਸ ਮੇਮਣੇ ਉੱਪਰ ਉਹਨੂੰ ਆਪਣਾ ਉਸ ਸਿੱਧ ਕੁਰਬਾਨੀ ਨੂੰ ਕਬੂਲ ਕਰਦੇ ਹਾਂ, ਇਹਦਾ ਮਤਲਬ ਆ ਕਿ ਸਾਡਾ ਬਚਾਅ ਆ, ਔਰ ਫਿਰ ਅਸੀਂ ਬਚਾਏ ਗਏ ਹਾਂ। ਹਾਲੇਲੂਇਆ। ਔਰ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਸਾਰੇ ਘਰਾਣੇ ਨੂੰ ਵੀ ਬਚਾ ਸਕਦੇ ਹਾਂ। ਆਮੀਨ। ਹਾਲੇਲੂਇਆ। ਹੁਣ ਜੋ ਅਸੀਂ ਬਾਈਬਲ ਦੇ ਵਿੱਚੋਂ ਪੜ੍ਹਿਆ ਹੈ ਰਹਾਬ ਵੇਸ਼ਵਾ ਦੇ ਬਾਰੇ, ਹੁਣ ਬਾਈਬਲ ਦੇ ਵਿੱਚ ਜਦ ਗੱਲ ਆਉਂਦੀ ਆ ਰਹਾਬ ਵੇਸ਼ਵਾ ਦੀ, ਜਦ ਗੱਲ ਆਉਂਦੀ ਆ ਰਿਬਕਾ ਦੀ, ਜਦ ਗੱਲ ਆਉਂਦੀ ਆ ਸਾਰਾ ਦੀ,
जद गल आउंदी आ रूथ दी ते ये सारिया ही औरतां लाड़ी का नमूना है। आमीन, हालेलुया कह सकते हैं। हालेलुया। ये सारिया ही औरतां लाड़ी का नमूना है। और जद असी गल कर रहे हैं रहाब वेश्वा के बारे, और पलूस जद रहाब वेश्वा के बारे गल करदा तो कहता कि वह विश्वास के द्वारा उन्हें हलकारियां नूं अपने घर दे विच उतारिया। ये क्या दो जड़े खोजी यहोशुआ ने उत्थे भेजे कि तुसीं कनान दा जायजा लैके आओ, उहदी खोज करो। और जद वो आए उस जगह ते और उन्होंने रहाब वेश्वा ने पनाह दी है। और पलूस कह रहा कि विश्वास के राही उन्होंने हलकारियां नूं उन्हें अपने घर दे विच उतारिया। और जद असीं यकूब दे बारे यकूब रहाब दे बारे गल करदा तो कह रहा है कि नेचा दे नाल, और मैं पढ़ना चाहता थोड़ा यकूब की किताब। हालेलुया। यकूब की किताब 2 अध्याय 14 आयत। हे मेरे भरावो, वो नेचा किया विश्वास किया, और नेचा अगर तुस करदे हो पर उन्होंने तुसी अपने कम्मां दे विच कन्वर्ट नहीं करदे, ਇਹਦਾ मतलब आ कि जी तुहाडी नेचा आ वो अमला तो बिना मुर्दा आ। जे सुनो सारे ध्यान दे नाल, जिद्दां एक मुर्दा शरीर हुंदा ਉਹਦੇ ਵਿੱਚੋਂ आत्मा कढ़ लिया जाए तो मुर्दा आ, वो कोई काम नहीं होता। हालेलुया। इस तरह अगर तुसीं कहो कि मैं नेचा करदा हाँ पर तुहाडे काम उस नेचा के मुताबिक नहीं आ, तो यकूब कह रहा कि वह मुर्दा आ। नेचा अमला तो बिना मुर्दा आ। वो कह रहा कि हे भरावो, जे कोई तुहाडे कोल तुहाडे जे कोई आखे बई मैनू नेचा है पर वो अमल ना करदा होवे तां की लाभ होया? भला ये नेचा उसनू बचा सकती है? जे कोई भाई या भैन नंगा अते रजवी रोटी तो थुड़िया होवे अते तुसां विचों कोई उन्नू आखे बई सुख सांद नाल जाओ अते निगे अते रजे पुजे रहो, पर जिहड़ियां वस्तां शरीर लई लोड़ीदियां हन वो तुसानू ना दित्तियां तां की लाभ होया? इसे प्रकार नेचा जो अमल सहित ना होवे तां अपने आप तो मोई हुई है। समझ गए? और 25 आयत दे विच अते इसे प्रकार की रहाब वेश्वा भी अमला दे नाल ही धर्मी ना ठहराई गई। बई जदों उसने हलकारियां नूं अपने घर दे विच उतारिया, आमीन, और कह रहा है पलूस कहता कि वह नेचा दे नाल, पर यकूब कह रहा कि रहाब वेश्वा ने वो अमला दे नाल धर्मी ठहराई गई। हालेलुया। हुण पिछे उदाहरण दे रहा है, मान लो कि तुहाडे कोल कोई आवे और वो कहे कि मेरे को नंगा ही आवे, उहदे कोल कपड़े नहीं आ और उहदे कोल खाण लई रोटी नहीं आ, और तुसीं उहनूं इदां ही कहो कि जा तू और तू निग्गा रहो सियाल आ, और उहनूं कहो कि रज्जा पुज्जा रहो, तो यकूब कह रहा इहदा उहनूं फायदा की आ? इहदे नाल ना तो उहदा शरीर कज्जिया गया ना ही उहदी भुख मिटी आ। चाहिदा तो यह सी कि उहनूं कपड़ा दिता जाए, और चाहिदा तो यह सी कि उहनूं खाण लई दिता जाए ताकि उहदी भुख मिटे। और इसे ही तरह अगर तुसीं कहंदे हो कि मैं नेचा करदा पर उहदे उपर अमल नहीं करदे, तो इसे ही तरह ही आ कि तुसीं असीस देती जा निग्गा रहो रज्जा पुज्जा रहो। तो की इदां करन दे नाल वो रज पुज गया या उहनूं कपड़े मिल गए? इस तरह भैन भरावो अमला तो बिना नेचा मुर्दा आ। पर इत्थे रहाब वेश्वा आ,
ਉਹਨੇ ਕੀ ਕੀਤਾ, ਉਹਨੇ ਨੇਚਾ ਵੀ ਕੀਤੀ ਤੇ ਉਹਨੇ ਅਮਲ ਵੀ ਕੀਤਾ ਆ। ਔਰ ਇਸੇ ਹੀ ਅਮਲ ਦੇ ਕਾਰਨ ਉਹ ਹਲਕਾਰਿਆਂ ਨੂੰ ਉਹਨੇ ਆਪਣੇ ਘਰ ਦੇ ਵਿੱਚ ਉਤਾਰਿਆ। ਹਾਲੇਲੂਇਆ। ਉਹ ਭੈਣ ਭਰਾਓ, ਮੈਂ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ ਆ ਕਿ ਅਗਰ ਤੁਸੀਂ ਪਰਮੇਸ਼ਵਰ ਤੇ ਨੇਚਾ ਕਰਦੇ ਹੋ ਤੇ ਫਿਰ ਪਰਮੇਸ਼ਵਰ ਦੇ ਕੋਲ ਹਰ ਇੱਕ ਬਿਮਾਰੀ ਦਾ ਇਲਾਜ ਹੈ। ਫਿਰ ਤੁਸੀਂ ਕਦੇ ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਨਾ ਕਰੋ ਔਰ ਤੁਹਾਡਾ ਵਿਸ਼ਵਾਸ ਸਿਰਫ ਫਿਰ ਪਰਮੇਸ਼ਵਰ ਤੇ ਹੋਣਾ ਚਾਹੀਦਾ ਆ। ਆਮੀਨ। ਕਿਉਂਕਿ ਕੋਈ ਇਦਾਂ ਦੀ ਚੀਜ਼ ਨਹੀਂ ਹੈ ਜੋ ਪਰਮੇਸ਼ਵਰ ਤੁਹਾਡੇ ਲਈ ਨਹੀਂ ਕਰ ਸਕਦਾ। ਜੇ ਤੁਹਾਨੂੰ ਚੰਗਿਆਈ ਦੀ ਲੋੜ ਆ ਤੇ ਉਹ ਪਰਮੇਸ਼ਵਰ ਦੇ ਕੋਲ ਆ। ਔਰ ਕੋਈ ਵੀ ਚੀਜ਼ ਇੱਥੇ ਅਸੀਂ ਨਹੀਂ ਜਾਣਦੇ ਪਰ ਪਰਮੇਸ਼ਵਰ ਜਾਣਦਾ। ਜਿਸ ਵੀ ਚੀਜ਼ ਦੀ ਤੁਹਾਨੂੰ ਲੋੜ ਆ ਇਸ ਜਗ੍ਹਾ ਤੇ ਜਿੰਨੇ ਭੈਣ ਭਰਾ ਬੈਠੇ ਹਨ, ਉਹ ਪਰਮੇਸ਼ਵਰ ਤੁਹਾਨੂੰ ਹਰ ਇੱਕ ਚੀਜ਼ ਦੇ ਸਕਦਾ ਆ। ਪਰ ਲੋੜ ਆ ਕਿ ਤੁਹਾਡੇ ਕੋਲ ਨੇਚਾ ਹੈ, ਕਿ ਤੁਸੀਂ ਉਹ ਨੇਚਾ ਉਹ ਅਮਲਾਂ ਦੇ ਸਹਾਇਤ ਹੈ। ਅਗਰ ਹੈ ਤੇ ਪਰਮੇਸ਼ਵਰ ਯੋਗ ਆ ਤੁਹਾਡੀ ਹਰ ਇੱਕ ਬਿਮਾਰੀ ਦਾ ਹੱਲ ਕਰਨ ਦੇ। ਹਾਲੇਲੂਇਆ। ਔਰ ਅਸੀਂ ਪਹਿਲਾਂ ਵੀ ਕਈ ਵਾਰੀ ਗੱਲਾਂ ਕਰਦੇ ਹੁੰਦੇ ਆ ਚਰਚ ਦੇ ਵਿੱਚ। ਇੱਕ ਨਬੀ ਦੀ ਸੰਗਤੀਆਂ ਦੇ ਵਿੱਚ ਬੰਦਾ ਆਇਆ, ਜੌਨ ਰਾਇਨ ਸੀ ਨਾਂ ਉਹਦਾ, ਅੱਖਾਂ ਤੋਂ ਅੰਨਾ। ਉਹ ਨਬੀ ਕਹਿ ਰਿਹਾ ਕਿ ਉਹ ਬੰਦਾ ਕੈਥਲਿਕ ਸੀ ਔਰ ਉਹਨੂੰ ਪਤਾ ਨਹੀਂ ਕਿ ਵਿਸ਼ਵਾਸ ਕਿੱਦਾਂ ਕਰੀਦਾ ਆ। ਇਹ ਕਿਆ ਉਹ ਪ੍ਰਾਰਥਨਾ ਵਾਲੀ ਲਾਈਨ ਲੱਗੀ ਆ, ਨਬੀ ਸਾਰਿਆਂ ਦੇ ਲਈ ਪ੍ਰਾਰਥਨਾ ਕਰ ਰਿਹਾ ਔਰ ਉਹ ਪ੍ਰਾਰਥਨਾ ਲਾਈਨ ਦੇ ਵਿੱਚ ਆ। ਨਬੀ ਨੇ ਉਹਦੇ ਲਈ ਪ੍ਰਾਰਥਨਾ ਕੀਤੀ ਔਰ ਉਹਨੇ ਕਿਹਾ ਜਾ ਕੇ ਗਵਾਹੀ ਦੇ, ਤੂੰ ਚੰਗਾ ਹੋ ਗਿਆ ਆ। ਪਰ ਅਜੇ ਵੀ ਉਹ ਉੱਦਾਂ ਹੀ ਸੀ ਜਿੱਦਾਂ ਉਹ ਲਾਈਨ ਦੇ ਵਿੱਚ ਉਹਨਾਂ ਨੇ ਬੰਦਿਆਂ ਨੇ ਫੜ ਕੇ ਉਹਨੂੰ ਖਿਲਾ ਰਿਹਾ, ਕਿਉਂਕਿ ਅੰਨਾ ਆਪਣਾ ਰਾਹ ਨਹੀਂ ਲੱਭ ਸਕਦਾ। ਜਿੱਦਾਂ ਉਹਨੂੰ ਖਿਲਾਰਿਆ ਗਿਆ ਅਜੇ ਵੀ ਇੰਨਾ ਹੀ ਸੀ। ਪਰ ਨਬੀ ਨੇ ਕਿਹਾ ਕਿ ਜਾ ਕੇ ਗਵਾਹੀ ਦੇਣੀ ਸ਼ੁਰੂ ਕਰ, ਮੈਂ ਚੰਗਾ ਹੋ ਗਿਆ ਆ। ਕਿੰਨੇ ਆਮੀਨ ਕਹਿ ਸਕਦੇ ਆ? ਹਾਲੇਲੂਇਆ। ਔਰ ਜਦੋਂ ਕੁਝ ਚਿਰ ਬਾਅਦ ਉਹ ਚੰਗਾ ਨਹੀਂ ਹੋਇਆ ਔਰ ਉਹ ਫਿਰ ਲਾਈਨ ਦੇ ਵਿੱਚ ਆ ਪ੍ਰਾਰਥਨਾ ਵਾਲੀ 'ਚ, ਉਹ ਫਿਰ ਆਣ ਕੇ ਉਹਨੇ ਕਿਹਾ ਕਿ ਪਾਦਰੀ ਜੀ ਮੇਰੇ ਵਾਸਤੇ ਪ੍ਰਾਰਥਨਾ ਕਰੋ। ਨਬੀ ਨੇ ਕਿਹਾ ਤੇਰੇ ਵਾਸਤੇ ਇੱਕ ਵਾਰੀ ਪ੍ਰਾਰਥਨਾ ਹੋ ਚੁੱਕੀ ਆ ਔਰ ਜਾ ਕੇ ਤੂੰ ਗਵਾਹੀ ਦੇ ਕਿ ਮੈਂ ਚੰਗਾ ਹੋ ਗਿਆ ਆ। ਔਰ ਇਹ ਗੱਲ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਜਦ ਬਾਰ-ਬਾਰ ਇੱਕ ਚੀਜ਼ ਵਾਸਤੇ ਪ੍ਰਾਰਥਨਾ ਕਰਾਉਂਦੇ, ਇਹਦਾ ਮਤਲਬ ਆ ਨਬੀ ਨੇ ਕਿਹਾ ਪਹਿਲੀ ਪ੍ਰਾਰਥਨਾ ਨੂੰ ਅਸੀਂ ਰੱਦਦੇ ਹਾਂ। ਠੀਕ ਆ। ਔਰ ਜਦੋਂ ਇਦਾਂ ਹੁੰਦਾ ਬਾਰ-ਬਾਰ ਇੱਕੋ ਚੀਜ਼ ਵਾਸਤੇ ਪ੍ਰਾਰਥਨਾ, ਔਰ ਉਹ ਸਾਡੀ ਚੰਗਿਆਈ ਨੂੰ ਹੋਰ ਲੇਟ ਕਰਦੀ ਆ। ਇਸ ਲਈ ਯਾਦੀ ਪ੍ਰਾਰਥਨਾ ਹੋ ਗਈ, ਜੋ ਫਿਰ ਉਸ ਜੌਨ ਰਾਇਨ ਦੇ ਵਾਂਗੂ ਕਹੋ ਕਿ ਪ੍ਰਭੂ ਨੇ ਮੈਨੂੰ ਚੰਗਿਆ ਕਰ ਦਿੱਤਾ ਆ। ਪਰ ਅਜੇ ਉਹਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਇਸ ਵਿਸ਼ਵਾਸ ਨੂੰ ਫੜ ਕੇ ਕਿੱਦਾਂ ਰੱਖਣਾ ਆ। ਕਿਉਂਕਿ ਸੁਭਾਵਿਕ ਗੱਲ ਆ ਕਿ ਇੱਕ ਅੰਨਾ ਬੰਦਾ ਹੋਵੇ ਔਰ ਉਹਨੂੰ ਕਿਹਾ ਜਾਏ ਕਿ ਜਾ ਕੇ ਗਵਾਹੀ ਦੇ, ਉਹਦੇ ਲਈ ਮੁਸ਼ਕਿਲ ਹੀ ਗੱਲ ਆ। ਆਮੀਨ। ਔਰ ਯਦੀ ਉਹ ਬੰਦੇ ਨੇ ਵਿਸ਼ਵਾਸ ਕੀਤਾ, ਉਹਨੇ ਜਾ ਕੇ ਗੱਲ ਕਰਨੀ ਸ਼ੁਰੂ ਕੀਤੀ ਔਰ ਉਹ ਅਖਬਾਰਾਂ ਵੇਚਣ ਦਾ ਕੰਮ ਕਰਦਾ, ਚੌਂਕ ਦੇ ਵਿੱਚ ਅਖਬਾਰਾਂ ਵੇਚਦਾ। ਉਹ ਨਾਲ ਹੀ ਆਉਣ ਜਾਣ ਵਾਲਿਆਂ ਨੂੰ ਉਹਨੇ ਕਹਿਣਾ ਸ਼ੁਰੂ ਕੀਤਾ ਕਿ ਪ੍ਰਭੂ ਨੇ ਮੈਨੂੰ ਚੰਗਿਆ ਕਰ ਦਿੱਤਾ ਆ। ਆਮੀਨ। ਅੱਜ ਹੈਗਾ ਅੰਨਾ ਹੀ ਅਜੇ ਵੀ, ਪਰ ਉਹਨੇ ਵਿਸ਼ਵਾਸ ਕੀਤਾ। ਹਾਂਜੀ। ਔਰ ਜਦੋਂ ਉਹ ਵਿਸ਼ਵਾਸ ਕਰ ਰਿਹਾ, ਔਰ ਜਦ ਤੁਸੀਂ ਇਦਾਂ ਦਾ ਵਿਸ਼ਵਾਸ ਪਰਮੇਸ਼ਵਰ ਤੇ ਕਰੋਗੇ ਤੇ ਤੁਹਾਨੂੰ ਚੰਗਿਆ ਕਰੇਗਾ। ਦੁਨੀਆ ਦੇ ਲੋਕ ਬੇਵਕੂਫ ਕਹਿਣਗੇ, ਦੁਨੀਆ ਦੇ ਸਾਹਮਣੇ ਤੁਹਾਡਾ ਮਜ਼ਾਕ ਉਡਾਇਆ ਜਾਏਗਾ। ਔਰ ਠੀਕ ਇਸੇ ਤਰ੍ਹਾਂ ਉਸ ਬੰਦੇ ਦੇ ਨਾਲ ਸੀ ਔਰ ਉਹ ਇਸ ਗੱਲ ਦੇ ਵਿੱਚ ਲਾਗੇ ਚਾਗੇ ਉਹ ਫੇਮਸ ਹੋ ਗਿਆ ਕਿ ਇੱਕ ਬੰਦਾ ਅੰਨਾ ਆ ਔਰ ਉਹ ਗਵਾਹੀ ਦੇ ਰਿਹਾ ਕਿ ਇੱਕ ਮੈਂ ਪਾਦਰੀ ਕੋ ਪ੍ਰਾਰਥਨਾ ਕਰਾਈ ਪਰ ਮੈਂ ਚੰਗਾ ਹੋ ਗਿਆ ਆ। ਆਮੀਨ। और काफ़ी चेर समा बीत गया
एक दिन वो नाई की दुकान ते आ, तुसीं सुनिया ये गल्लां तुसीं सुनिया सारिਆਂ ने। कोई गल नहीं, आमीन। ਇੱਥੇ ਜਿੰਨੇ ਸਾਰਿਆਂ ਨੇ ਸੁਣੀਆਂ। हाँ जी। सो जद वो नाई की दुकान के उपर आ, वो नाई ने ਉਹਦੇ तौलिया लपेटिया शेव करन दे लई, ਉਹਦੇ ਮੂੰਹ ਦੇ ਉੱਪਰ ਉਹਨੇ ਸ਼ੇਵਿੰਗ ਕਰੀਮ ਲਾਈ ਆ। और नाई ने भी सोचा कि बाकी मजाक करदे ਇਹਦੇ ਨਾਲ, थोड़ा मैं भी मजाक करदा ਇਹਦੇ ਨਾਲ। और उन्हें ਉਹਨੂੰ ਕਿਹਾ कि मैं सुनिया कि तुसी प्रार्थना कराई आ एक पादरी को, और ਉਹਦਾ ਕੀ ਬਣਿਆ ਉਹਦਾ। और ਉਹ ਜੌਨ ਰਾਏ ਨੇ ਕਿਹਾ ਕਿ ਪ੍ਰਭੂ ਦਾ ਧੰਨਵਾਦ ਹੋਵੇ, प्रभु ने मैनू चंगिया कर दिता है। और यदि हुण नाई ने तो मजाक किया, पर यदि वो बंदे के मूँह लफ्ज निकले और प्रभु ने वाकया ही उहदियां अखां नूं खोल दिता। हालेलुया। ये आ नेचा नूं अमल दे विच किद्दां लिआउणा आ। और जद उहदियां अखां खुल गईयां, वो तौलिया लैके दौड़ गया। हाँ जी। और उन्हें जा भज गया, उत्थे जद नाई की दुकान चो बाहर निकलिया, क्योंकि परमेश्वर ने उन्हें चंगिया कर दिता सी। हालेलुया। और भैन भरावो, अज कई बार जे सानू चंगियाई नहीं मिल रही तो लभो ये पिछे कारण की आ। अगर तुम परमेश्वर तो कोई चीज़ मंगते हो नहीं मिलती, तो ये पिछे सानू कारण लभन की लोड़ आ कि मैं परमेश्वर नाल वफादार हाँ जिन्ना मैनू चलना चाहिए। आमीन। वो चीज़ों नू लभो कि अगर पहला जे मैं चंगा हाँ तो मैं उदों किद्दां चलदा हाँ परमेश्वर दे नाल। अगर कोई बीमारी परेशानी लगातार चल रही तो ये पिछे की कारण है, लभो उन्हें दुरुस्त करो। तो ये कोई शक नहीं है कि परमेश्वर तुहानू चंगिया ना करे, या जिस भी चीज़ वास्ते तुसीं परमेश्वर तो आस रखते हो वो परमेश्वर जरूर तुहाडे लई करेगा। हालेलुया। हुण वो वेश्वा नेचा दे राही, विश्वास दे राही उन्हें हलकारियां नूं अपने घर दे विच उतारिया। हुण ध्यान दिओ कि उन्हां हलकारियां नूं घर दे विच उतारना कोई निक्की जी गल नहीं सी, क्योंकि बाइबल दे विच लिखिया कि जिहड़े यरीहो सी उन्हां ने यरीहो शहर नूं इजराइलियां दे कारण पक्के तौर पर उन्हें बंद किया सी। ना तो कोई यरीहो तो बाहर आ सकता सी और ना ही कोई अंदर जा सकता सी। ठीक है। पर उन्हें अपनी जान का रिस्क लिया रहा वेश्वा ने, और उन्हें हलकारियां नूं अपने घर दे विच उतारिया। और यदि वो राजे ने सुनिया कि कोई बंदे इस जगह ते आए हैं कि वो साढ़े देश के बारे खोज कर लभन, और उन्होंने क्या अपने सिपाहियों को लिया कि जाओ उन्होंने जाके लभो। और यदि वो रहाब के घर दे विच आए, उन्होंने पूछा कि कोई बंदे आए इस जगह ते साढ़े देश की खोज लभन दे लई, और उन्हें कहा कि आए सी पर पता नहीं वो किधर नूं चले गए हैं। आमीन। और बाइबल दसदी आ कि उन्हें नेचा दे नाल हलकारियां नूं अपने घर दे विच उतारिया, और उन्होंने विश्वास सी कि ये जिहड़े हलकारे हैं ये संदेश वाहक हैं, और जे अगर मैं इन्हां दे संदेश ते विश्वास करदी हाँ तो मैं और मेरा घराना बचाया जा सकता है। हालेलुया। और यही अज असीं गल कर रहे हाँ, अपने घराने नूं बचाउणा है, और तू बच और तेरा घराना बचाया जाएगा। हालेलुया। और असी अपने परिवार सारे परिवार दे लई टोकन का दावा करना है। आओ कहिए कि प्रभु
ਤੂੰ ਇਸ ਘਰ ਦੇ ਦੁਆਲੇ ਟੋਕਨ ਲਗਾ ਦੇ। ਔਰ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਟੋਕਨ ਉਹ ਨਹੀਂ ਆ ਕਿ ਹੁਣ ਲੇਲੇ ਨੂੰ ਕੱਟਣਾ ਆ। ਇਹ ਟੋਕਨ ਉਹ ਨਹੀਂ ਆ ਕਿ ਰਹਾਬ ਵੇਸ਼ਵਾ ਦੇ ਵਾਂਗੂ ਉਹ ਲਾਲ ਡੋਰੀ ਨੂੰ ਆਪਣੇ ਬੂਹੇ ਦੇ ਨਾਲ ਬੰਨਣਾ ਆ। ਇਹ ਟੋਕਨ ਅੱਜ ਦੇ ਲਈ ਪਵਿੱਤਰ ਆਤਮਾ ਆ। ਔਰ ਆਓ ਅਸੀਂ ਦਾਵਾ ਕਰੀਏ ਆਪੋ ਆਪਣੇ ਪਰਿਵਾਰਾਂ ਦਾ ਕਿ ਪ੍ਰਭੂ ਤੂੰ ਇਸ ਘਰ ਦੇ ਦੁਆਲੇ ਟੋਕਨ ਲਗਾ ਦੇ, ਤਾਂ ਕਿ ਕੋਈ ਵੀ ਬਿਮਾਰੀ ਦਾ ਵਾਇਰਸ, ਚਾਹੇ ਉਹ ਕਰੋਨਾ ਆ, ਚਾਹੇ ਉਹ ਹੰਤਾ ਆ, ਚਾਹੇ ਜਿੰਨੇ ਮਰਜ਼ੀ ਕੀਟਾਣੂ ਵਿਸ਼ਾਣੂ ਜੋ ਕੁਝ ਵੀ ਹੋਣ, ਆਓ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਲਈਏ। ਇਹ ਨਹੀਂ ਕਿ ਇਹ ਇੱਦਾਂ ਸੁਰੱਖਿਅਤ ਹੋਣਾ ਕਿ 20 ਸੈਕਿੰਡ ਹੱਥ ਧੋਵੋ, ਸੈਨੀਟਾਈਜ਼ਰ ਕਰੋ, ਜਾਂ ਆਪਣੇ ਆਪ ਨੂੰ 14 ਦਿਨ ਲਈ ਆਪਣੇ ਘਰਾਂ ਦੇ ਵਿੱਚ ਬੰਦ ਕਰ ਲਓ। ਇੱਦਾਂ ਨਹੀਂ। ਇਹ ਬਚਣ ਦਾ ਇੱਕੋ ਇੱਕ ਤਰੀਕਾ ਆ ਕਿ ਆਪਣੇ ਪਰਿਵਾਰ ਦੇ ਉੱਪਰ ਉਹ ਟੋਕਨ, ਉਹ ਨਿਸ਼ਾਨ ਨੂੰ ਲੈ ਲਈਏ। ਕਿੰਨੇ ਆਮੀਨ ਕਹਿ ਸਕਦੇ ਹਾਂ? ਹਾਲੇਲੂਇਆ। ਔਰ ਇਸੇ ਤਰ੍ਹਾਂ ਜਦ ਉਹ ਹਲਕਾਰਿਆਂ ਦੇ ਉੱਪਰ ਉਹਨੇ ਵਿਸ਼ਵਾਸ ਕੀਤਾ, ਉਹ ਹਲਕਾਰਿਆਂ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੀ ਆ। ਔਰ ਉਹ ਹਲਕਾਰਿਆਂ ਦੇ ਨਾਲ ਜਦ ਉਹਨੇ ਗੱਲਬਾਤ ਕੀਤੀ ਔਰ ਉਹਨੂੰ ਦੱਸਿਆ ਗਿਆ, ਉਹਨੇ ਹਲਕਾਰਿਆਂ ਨੂੰ ਕਿਹਾ ਕਿ ਮੈਨੂੰ ਪਤਾ ਆ ਕਿ ਕਿੱਦਾਂ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ 2 ਹਿੱਸੇ ਕਰ ਦਿੱਤਾ। ਆਮੀਨ। ਉਹ ਕਹਿ ਰਹੀ ਹੈ ਕਿ ਸਾਨੂੰ ਪਤਾ ਕਿ ਕਿੱਦਾਂ ਤੁਸੀਂ ਉਹ ਰਾਜਿਆਂ ਨੂੰ ਹਰਾ ਕੇ ਸਾਡੇ ਤੱਕ ਪਹੁੰਚੇ ਹੋ। ਔਰ ਸਾਨੂੰ ਪਤਾ ਕਿ ਇਹ ਜਿਹੜਾ ਜ਼ਿਰਹ ਹੈ ਇਹ ਵੀ ਪਰਮੇਸ਼ਵਰ ਨੇ ਤੁਹਾਡੇ ਹੱਥਾਂ ਦੇ ਵਿੱਚ ਦੇ ਦਿੱਤਾ ਆ। ਪਰ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਔਰ ਮੇਰੇ ਭਰਾ, ਮੇਰੀਆਂ ਭੈਣਾਂ, ਮੇਰੇ ਸਾਕ ਸੰਬੰਧੀ ਬਚਾਏ ਜਾਣ, ਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਮੈਨੂੰ ਨਿਸ਼ਾਨ ਦਿਓ, ਤਾਂ ਕਿ ਇੱਕ ਨਿਸ਼ਾਨ, ਇੱਕ ਚੇਨ, ਇੱਕ ਟੋਕਨ ਮੈਨੂੰ ਦਿਓ, ਤਾਂ ਕਿ ਮੇਰਾ ਘਰਾਨਾ ਬਚਾਇਆ ਜਾਵੇ। ਆਮੀਨ। ਔਰ ਯਾਦੀ ਉਹ ਖੋਜੀਆਂ ਨੂੰ ਲੱਭਣ ਦੇ ਲਈ ਰਾਜੇ ਦੇ ਬੰਦੇ ਆਏ, ਔਰ ਰਹਾਬ ਵੇਸ਼ਵਾ ਨੇ ਉਸ ਚੁਬਾਰੇ ਦੇ ਜੋ ਇੱਕ ਖਿੜਕੀ ਸੀ ਉਹਦੇ ਰਾਹੀਂ ਉਹਨਾਂ ਨੂੰ ਹੇਠਾਂ ਉਤਾਰ ਦਿੱਤਾ। ਔਰ ਉਹਨਾਂ ਖੋਜੀਆਂ ਨੇ ਉਹਨੂੰ ਇਹੀ ਕਿਹਾ ਕਿ ਅਸੀਂ ਤੇਰੇ ਘਰਾਣੇ ਦੇ ਉੱਪਰ ਤਰਸ ਕਰਾਂਗੇ, ਕਿਉਂਕਿ ਤੂੰ ਸਾਡੇ ਨਾਲ ਇਹ ਭਲਾਈ ਕੀਤੀ ਆ। ਔਰ ਤਰਸ ਤੇਰਾ ਤਦ ਹੀ ਹੋਣਾ ਅਗਰ ਤੂੰ ਇਹ ਲਾਲ ਡੋਰੀ, ਇਹ ਲਾਲ ਨਿਸ਼ਾਨ ਉਸੇ ਖਿੜਕੀ ਦੇ ਉੱਪਰ ਬੰਨ੍ਹ ਦੇਵੀਂ ਜਿਸ ਖਿੜਕੀ ਦੇ ਰਾਹੀਂ ਤੂੰ ਸਾਨੂੰ ਉਤਾਰਿਆ ਆ। ਆਮੀਨ। ਔਰ ਉਹਨੇ ਕਿਹਾ ਕਿ ਜਦ ਹੀ ਅਸੀਂ ਇਸ ਨਿਸ਼ਾਨ ਨੂੰ ਵੇਖਾਂਗੇ ਔਰ ਤੇਰਾ ਘਰਾਨਾ ਔਰ ਜਿੰਨੇ ਵੀ ਤੇਰੇ ਭੈਣ, ਤੇਰੇ ਭਰਾ, ਤੇਰੇ ਸਾਕ ਸੰਬੰਧੀ ਇਸ ਟੋਕਨ ਦੇ ਹੇਠ ਹੋਣਗੇ, ਉਹ ਸਾਰੇ ਹੀ ਬਚਾਏ ਜਾਣਗੇ। ਹਾਲੇਲੂਇਆ। ਉਹ ਭੈਣ ਭਰਾਵੋ, ਇਹ ਜ਼ਿਰਹ ਸ਼ਹਿਰ ਦੇ ਵਿੱਚ ਸਿਰਫ ਤੇ ਸਿਰਫ ਰਹਾਬ ਵੇਸ਼ਵਾ ਸੀ ਜਿਨੇ ਉਹਨਾਂ ਹਲਕਾਰਿਆਂ ਦੇ ਮੈਸੇਜ ਨੂੰ ਕਬੂਲ ਕੀਤਾ। ਪਰ ਇਹ ਰਹਾਬ ਵੇਸ਼ਵਾ ਲਾੜੀ ਦਾ ਨਮੂਨਾ ਆ, ਦੁਲਹਨ ਦਾ ਨਮੂਨਾ ਆ, ਔਰ ਇਹ ਜ਼ਿਰਹ ਜਥੇਬੰਦੀਆਂ ਦਾ ਨਮੂਨਾ ਆ। ਆਮੀਨ। ਔਰ ਹੁਣ ਇਸ ਜਗ੍ਹਾ ਤੇ ਜਦ ਸੰਦੇਸ਼ ਲੈ ਕੇ ਹਲਕਾਰਾ ਵਿਲੀਅਮ ਬ੍ਰਾਨਹਮ ਆਇਆ ਹੈ, ਔਰ ਉਹਨੂੰ ਵੀ ਸਾਰਿਆਂ ਨੇ ਨਹੀਂ ਮੰਨਣਾ, ਉਹਨੂੰ ਵੀ ਰਹਾਬ ਵੇਸ਼ਵਾ ਨੇ ਯਾਨੀ ਕਿ ਦੁਲਹਨ ਨਹੀਂ ਮੰਨਣਾ ਆ। ਕਿੰਨੇ ਆਮੀਨ ਕਹਿ ਸਕਦੇ ਹਾਂ? ਹਾਲੇਲੂਇਆ। ਹੁਣ ਧਿਆਨ ਦਿਓ ਕਿ ਇਸ ਧਰਤੀ ਤੋਂ ਮੂਸਾ ਜਾ ਚੁੱਕਾ ਸੀ ਔਰ ਉਹਦੀ ਜਗ੍ਹਾ ਯਹੋਸ਼ੂਆ ਆਇਆ। और नबी ने क्या कि यहोशुआ पवित्र आत्मा का नमूना है और साढ़े दिनों के विच भी नबी जा चुका है। आमीन। पर परमेश्वर ने पवित्र आत्मा कलिया है ताकि वो साड़ी अगवाई कर सके
और सानू इस जिरहो तो बाहर ले जाके और सानू साडी वादा कीती धरती तक लैके जावे। आमीन। और जद उस वादा कीती धरती तक और रहाब वेश्वा नू इस जिरहो तो जो कि सब तो नीवा इलाका सी ओनू सब तो उच्चे इलाके बैतलहम दे विच पहुँचाया गया, क्योंकि असी अगे जाके वेखते हाँ रहाब वेश्वा की वंशावली जो असी ऐतवार नूं भी पढ़ी सी। आमीन। कि किदां रहाब वेश्वा का विआह उत्थे सलमोन दे नाल होया, जो कि वो इजराइल दे विच एक सैनापति सी। और ओदे तो अगे अगे जाके मैं चाहुंदा कि इत्थे मैं जरूर वो नाम लवां तुहाडे सामने। सो वो सानू लभदे आ मत्ती दी किताब, पढ़ लेने थोड़ा। मत्ती दी किताब एक दी 5। अते सलमोन तो बोझ रहाब दी कुखों जम्मिया, अते बोझ तो उबेद रूत दी कुखों जम्मिया, अते उबेद तो जस्सी जम्मिया, जस्सी तो दाऊद पातशाह जम्मिया। आमीन। और दाऊद पातशाह दी वंशावली दे विचों यीशु मसीह जम्मिया। आमीन। भैन भरावो रहाब वेश्वा वो जिरहो तो चुक के बैतलहम दे विच लिआंदा गया और उसे दी कुखों उसे दी अगे अगे जाके वंशावली दे विचों यीशु मसीह पैदा होया। आमीन। हालेलुया। सो मैं छेती ना कुछ गल्लां विच छड्ड के, सारियां गल्लां नहीं होणियां, पर मैं एक दो गल्लां होर तुहाडे सामने रख के मैं इसनूं बंद करदा। हुण असीं गल कर रहे हाँ अपने परिवारां दे दावियां दी। जिद्दां रहाब वेश्वा ने अपने परिवार का दावा किया, उन्हें क्या मैं तुहाडे नाल भलाई कीती और यादी ये लाल डोरी आ, यादी तुसीं इहनूं वेखियो ते मेरे भैणां नूं मेरे भरावां नूं मेरे माँ प्यो नूं मेरे सारे ही घराने दे उपर तरस करियो, उन्होंने याद रखियो। आमीन। आमीन। और इस तरह रसूलां दी किताब 16 अध्याय दे विचों मैं तुहाडे नाल गल करनी चाहुंदा। उत्थे पलूस आ, असीं पढ़ना नहीं, बस जल्दी ना मैं तुहाडे अगे गल्लां रखणियां चाहुंदा। उत्थे पलूस आ और जदों उस शहर दे विचों दी लंघ रहे हैं पर उत्थे एक औरत आ जो टेवे लाउंदी आ और वो काफ़ी दिनों तो पलूस होरां दे मंगरे आ और वो कह रही है कि ये जिहड़े आ मनुख आ परमेश्वर दे पवित्र जाने आ। आमीन। आमीन। और जदों ये काफ़ी समय तक ये काम करती रही, वो तंग करती रही और पलूस ने उस जिहड़ी वो रूह सी भेद बुझण वाली उस नूं झिड़किया और ਉਹਦੇ ਵਿੱਚੋਂ ਉਹਨੂੰ रूह ਨੂੰ बाहर ਕੱਢ ਦਿੱਤਾ। ਹੁਣ ਜਿਹੜੇ ਉਹਦੇ मालिक सन जिन्हां वास्ते वो काम करती सी, जिन्हां वास्ते वो कमाई का वो साधन सन, और उन्होंने वो बहुत बुरा लगा क्योंकि वो उन्हां दी कमाई का साधन जिहड़ा वो जांदा रहा। और उन्होंने पलूस होरां नूं फड़ लिया और उन्होंने दोष लाया कि ये जिहड़े लोग आ ये उल्ट सिक्ख्या लोकां नूं दिंदे आ। मैं जल्दी ना तुहाडे अगे गल्लां रखदा। और उन्होंने कैद दे विच पाया गया और यदि उन्होंने कैद दे विच पाया और पलूस और सिलास ने उस जेल नूं ही उन्होंने चर्च बना दिता। आमीन। और यदि वो पलूस सिलास होरी उत्थे प्रार्थना करते आ, उत्थे भजन गा रहे आ ते उत्थे परमेश्वर ने उन्हां दे लई उन्हां बूहियां नूं और जेल दे दरवाजियां नूं खोल दिता
ਹਾਲੇਲੂਇਆ। और जदों ਉਹ दरवाजे खुल गए और कैद खाने का ਜਿਹੜਾ दरोगा सी और ਜਿਹੜੇ सिपाही सन उन्होंने सोचा कि ਜਿਹੜੇ कैदी आ सब भज गए होणगे और उन्हें सोचा कि राजे नूं जद ही पता लगा और उन्हें मैनू मार देना और इस तो पहला मैं अपने आप नूं घात करदा हां। और यदि पलूस सिलास नूं पता लगा कि ਜਿਹੜਾ दरोगा है उन्हें अपने आप नूं मारन दे लई तलवार धुई है तो पलूस ने उच्ची आवाज़ ना पुकारिया और उन्हें आख्या जो अपने आप नूं नुकसान ना पहुँचा क्यों जो असी सब इत्थे ही हाँ। आमीन। और यद फिर उन्हें की कीता उन्हें दीवियां नूं मंगाया उन्हें लाइट कीती और वो दौड़िया और कंबदा होया पलूस और सिलास के अगे डिग पिया और उन्होंने कहा कि हे महापुरखो मैं की करा या ता जिस तो मैं जाना इहदे लिखिया मैं पढ़दा थोड़ा जिहा तुहाडे लई अते पलूस अते सिलास दे अगे डिग पिया अते उन्हां नूं बाहर लिया के कहा हे महापुरखो मैं की करा जिस तो मैं बचाया जावां। ठीक है। और उत्थे वो बचा दा एक ढंग उन्होंने दस रहा पलूस। ठीक है। मैं तुहानूं पहले दसिया कि उत्थे लहू सी उन्हां दे बचा लई उत्थे लाल डोरी सी उन्हां दे बचा लई पर अज एक बचा दा ढंग पलूस और ओनू दरोगे नूं और उहदे घराने दे लई दस रहा है। और वो ढंग तरीका की आ 31 आयत दे विच उन्हां पलूस अते सिलास के अगे वो डिग पिया अते उन्हां नूं बाहर लिया के कहा हे महापुरखो मैं की करा जिस तो बचाया जावां। तां उन्हां आख्या प्रभु यीशु दे उत्ते नेचा कर तां तू अते तेरा घराना बचाए जाओगे। भैन भरावो होर कोई तरीका है ही नहीं आ। बाइबल दे विच लिखिया आकाश के हेठा धरती के उपर कोई दूसरा नाम नहीं दिता गया जिस तो असीं बचाए जाना है और वो इको एक नाम दिता गया वो नाम प्रभु यीशु मसीह आ। और जे वो दरोगे नूं कह रहा कि तुहाडे बचा लई इको एक नाम आ और तुहाडे बचा तुहाडे घराने दे बचा लई ते अज भी भैन भरावो तुहाडे मेरे घराने दे लई इको एक बचा है वो टोकन आ वो नाम प्रभु यीशु मसीह आ। और टोकन की आ पवित्र आत्मा और पवित्र आत्मा की आ प्रभु यीशु मसीह। हालेलुया। तो फिर उन्होंने की कीता तां उन्हां उस नूं अते उन्हां सबनां नूं जिहड़े उस दे घर विच सन प्रभु दा वचन सुनाया अते रात दी उसे ही घड़ी उसने उन्हां नूं लैके उन्हां दे जख्म धोते और उसने और उहदे घरदियां ने उसे ही वेले बपतिस्मा लिया। इसदा मतलब यह कि यदि बाइबल च लिखिया कि यदि तू वचन सुने तो अपने मन नूं कठोर ना कर। उन्हें कठोर नहीं किया। उन्होंने पता लग गया मेरे घराने का बचा कित्थे आ किस नाम दे विच आ पर उन्हें उसे वेले उसे ही रात नूं यीशु मसीह के नाम विच बपतिस्मा लिया। उस रात नूं उन्हें यीशु मसीह नूं कबूल किया। आमीन। इस तरह भैन भरावो अज अगर तुहाडे मन ते इस वचन ने असर किया है तो कदे सवेर नूं ना उडीको। बाइबल च लिखा उसे ही वेले ही उहदे घराने ने उस रात उन्होंने बपतिस्मा लिया यीशु मसीह नूं कबूल किया। इसलिए भैन भरावो साडे बचाव दा इक्को एक ढंग आ तरीका आ वो आ यीशु मसीह नूं कबूल करना। वो आ उस निशान दे उस टोकन दे हेठ आ जाना और वो निशान टोकन अज साडे लई पवित्र आत्मा है। सो प्रभु तुहानूं बहुत बरकत देवे भैन भरावो। सब नूं जय मसीह। परमेश्वर भाई बहुत